ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम ਸਨਮਾਨਯੋਗ सतगुरां दे हजूर जुड़ मिल बैठे रब रूप गुरमुख सत्संगी जन, सतगुरु जी की बख्शिश महरामत का सदका गुरु दर ते जुड़न का सुभाग समा नसीब होया। सतगुरु जी की इलाही अमृतमय बाणी का कीर्तन गुरु के प्यारे कीर्तनिया पासों आप जी ने श्रवण किया। सतगुरु गुरु रामदास महाराज अज दे इस पावन बचन अंदर किरपा करदियां सोझी दिंदियां होया सानू समझाउंदे ने कि मैनू सिर्फ ते सिर्फ वाहिगुरू दी ही एक टेक है, सिर्फ ओदा ही आसरा है। इसलिए उस वाहिगुरू तो बिना मैं किसी उपर आस नहीं लाई, उस परमेश्वर तो बिना किसी नू अपना सहारा नहीं जानिया, उस वाहिगुरू नू ही अपना सब कुछ मन्निया, उन्हों ही अपना सब कुछ जानिया। उस वाहिगुरू तो बिना बाकी सब आसरे, बाकी सब सहारे चीज़ां ये बेकार बेअर्थ ने। सतगुरु कहंदे लोग माया दा आसरा लेंदे ने, माया दी खातर धड़ेबंदी करदे ने ते इन्हां धड़ेबंदियां विच किसी नू कुछ हासिल नहीं हुंदा। बस लोग अपनी चौधर खातर, अपनी माया दी खातर धड़ेबंदियां विच उलझे रहंदे ने ते इन्हां विच उलझे रहण कारण वो वाहिगुरू दे नाम तो खाली रह जांदे ने। इसलिए सतगुरु कहंदे असीं ये सब धड़े छड्ड दित्ते, इन्हां सब धड़ेबंदियां दे सहारे छड्ड दित्ते, माया दे आसरे छड्ड दित्ते, सिर्फ उस वाहिगुरू दा आसरा लिया, सिर्फ ओदा लड़ फड़िया। हम हर स्यों धड़ा किया मेरी हर टेक। मैं वाहिगुरू नाल धड़ा कर लिया, धड़ेबंदी कर ली, मैं परमेश्वर नाल संबंध जोड़ लिया, मैं होर कोई धड़ेबंदी नहीं की, मैं कोई किसी तरह की दुनिया नाल सांझ नहीं रखी, वाहिगुरू नाल सांझ है। परमेश्वर नाल धड़ेबंदी कर ली, ओदा संग कर लिया, ओही मेरी जथेबंदी हो गई। मेरी हर टेक, वाहिगुरू मेरी टेक, मैं हर बिन पख धड़ा अवर ना कोई। सतगुरु कहंदे मेरा वाहिगुरू तो बिना होर कोई पख नहीं, मेरा परमेश्वर तो बिना कोई धड़ा नहीं, कोई जथेबंदी नहीं, मेरा वाहिगुरू तो बिना होर कुछ भी नहीं है। सिर्फ सब कुछ मेरा ओही, मेरा सब कुछ ओही। जिन्हां नू वाहिगुरू दा आसरा है, जिन्हां नू परमेश्वर दा आसरा है, वो माया दे मगर नहीं उलझदे, वो वासनावां मगर नहीं उलझदे, उन्हां मगर पैंदे ही नहीं कदे, क्योंकि उन्हां जान लिया कि ये तां बेकार है। गुरु साहिब दा बचन है बाणी अंदर, सतगुरु कहंदे जिनी चलन जाणिया से क्यों करें बिथार। जिन्हां ने ये गल जानी लई कि इस संसार दे विचों चले ही जाना है, इत्थे रहना ही नहीं, ना मेरे अपने रहे
ਨਾ ਮੈਂ ਰਵਾਂਗਾ। ਜਦ ਇਹ ਗੱਲ ਜਾਣ ਹੀ ਲਈ ਤਾਂ ਸਤਿਗੁਰੂ ਕਹਿੰਦੇ ਫਿਰ ਬਹੁਤਾ ਖਿਲਾਰਾ ਖਿਲਾਰਨ ਦੀ ਜ਼ਰੂਰਤ ਨਹੀਂ ਰਹਿੰਦੀ, ਬਹੁਤਾ ਪਸਾਰਨ ਦੀ ਲੋੜ ਨਹੀਂ ਰਹਿੰਦੀ, ਕਿਉਂਕਿ ਜਾਣ ਲਿਆ ਕਿ ਇੱਥੇ ਰਹਿਣਾ ਹੀ ਨਹੀਂ, ਇੱਥੋਂ ਤੁਰ ਹੀ ਜਾਣਾ ਹੈ। ਸਤਿਗੁਰੂ ਕਹਿੰਦੇ ਜੈਸੇ ਰੈਣ ਪਰਾਉਣੇ ਉੱਠ ਚੱਲ ਸੈਂ ਪ੍ਰਭਾਤ। ਜਿਵੇਂ ਪ੍ਰਾਹੁਣੇ ਸਾਡੇ ਘਰ ਆਉਂਦੇ ਨੇ, ਇੱਕ ਆਧ ਰਾਤ ਰੁਕਦੇ ਨੇ, ਫਿਰ ਪ੍ਰਭਾਤ ਨੂੰ ਚੱਲ ਪੈਂਦੇ ਨੇ ਆਪੋ ਆਪਣੇ ਘਰਾਂ ਨੂੰ, ਆਪਣੇ ਪਿੰਡ ਆਪਣੇ ਸ਼ਹਿਰ ਨੂੰ ਵਾਪਸ ਮੁੜ ਜਾਂਦੇ। ਸਤਿਗੁਰੂ ਕਹਿੰਦੇ ਬੰਦਾ ਵੀ ਇਸ ਸੰਸਾਰ ਅੰਦਰ ਇੱਕ ਪ੍ਰਾਹੁਣੇ ਦੀ ਤਰ੍ਹਾਂ ਆਇਆ ਹੈ, ਜ਼ਿੰਦਗੀ ਰੂਪੀ ਰਾਤ ਇੱਥੇ ਕੱਟੇਗਾ ਤੇ ਇੱਥੋਂ ਤੁਰ ਜਾਏਗਾ, ਸਵੇਰ ਹੁੰਦਿਆਂ ਹੀ ਇੱਥੋਂ ਨਿਕਲ ਜਾਏਗਾ। ਕਿਆ ਤੂੰ ਰੱਤਾ ਗ੍ਰਸਤ ਸੋਂ। ਸਤਿਗੁਰੂ ਕਹਿੰਦੇ ਤੂੰ ਕਿੱਥੇ ਗ੍ਰਸਤ ਦੇ ਝਮੇਲਿਆਂ ਵਿੱਚ ਉਲਝਿਆ ਹੋਇਆ, ਤੂੰ ਗ੍ਰਸਤ ਹੋਇਆ ਪਿਆ ਪੈਸੇ ਵਿੱਚ, ਚੀਜ਼ਾਂ ਵਿੱਚ, ਰੂਪ ਰੰਗ ਵਿੱਚ, ਕਾਮ ਕ੍ਰੋਧ ਵਿੱਚ, ਤੂੰ ਇਹਨਾਂ ਵਿੱਚ ਗ੍ਰਸਤ ਹੋਇਆ। ਕਿਆ ਤੂੰ ਰੱਤਾ ਗ੍ਰਸਤ ਸਿਉ ਸਭ ਫੁੱਲਾਂ ਕੀ ਬਾਗਾਤ। ਇਹ ਤਾਂ ਫੁੱਲਾਂ ਦਾ ਬਗੀਚਾ ਹੈ ਕਿ ਫੁੱਲ 4 ਦਿਨ ਖਿੜਨਗੇ ਤਾਂ ਮੁਰਝਾਉਣਗੇ ਹੀ, ਉਹ ਮੁਰਝਾ ਹੀ ਜਾਣਗੇ, ਉਹ ਹਮੇਸ਼ਾ ਨਹੀਂ ਖਿੜੇ ਰਹਿਣਗੇ। ਇਸ ਕਰਕੇ ਸਤਿਗੁਰੂ ਕਹਿੰਦੇ ਇਸ ਗੱਲ ਨੂੰ ਚੰਗੀ ਤਰ੍ਹਾਂ ਆਪਣੇ ਹਿਰਦੇ ਵਿੱਚ ਵਸਾ ਲੈ ਕਿ ਇੱਥੇ ਕੁਝ ਵੀ ਹਮੇਸ਼ਾ ਰਹਿਣ ਵਾਲਾ ਨਹੀਂ ਹੈ। ਇਹ ਸਭ ਚੀਜ਼ਾਂ ਜਿਨ੍ਹਾਂ ਦੀ ਖਾਤਰ ਤੂੰ ਦਿਨ ਰਾਤ ਮੁਸ਼ੱਕਤ ਕਰ ਰਹੇ ਹੈ, ਜਿਨ੍ਹਾਂ ਦੀ ਖਾਤਰ ਤੂੰ ਦਿਨ ਰਾਤ ਮਿਹਨਤ ਕਰ ਰਿਹਾ ਹੈ, ਜਿਨ੍ਹਾਂ ਦੀ ਖਾਤਰ ਸਤਿਗੁਰੂ ਕਹਿੰਦੇ ਬੰਦਾ ਬੇਈਮਾਨੀ ਵੀ ਕਰਦਾ ਹੈ, ਰਿਸ਼ਵਤਖੋਰੀ ਵੀ ਕਰਦਾ ਹੈ, ਮਾੜੇ ਕਰਮ ਵੀ ਕਰਦਾ ਹੈ, ਇਹ ਸਾਰੀਆਂ ਚੀਜ਼ਾਂ ਇੱਥੇ ਹੀ ਰਹਿ ਜਾਣੀਆਂ। ਇਸ ਲਈ ਜਿਨ੍ਹਾਂ ਨੇ ਇਸ ਗੱਲ ਨੂੰ ਜਾਣ ਲਿਆ, ਸਤਿਗੁਰੂ ਕਹਿੰਦੇ ਉਹ ਖਿਲਾਰਾ ਨਹੀਂ ਖਿਲਾਰਦੇ, ਉਹ ਬਹੁਤਾ ਵਿਸਥਾਰ ਨਹੀਂ ਕਰਦੇ, ਉਹ ਉਲਝਦੇ ਹੀ ਨਹੀਂ ਇਹਨਾਂ ਚੀਜ਼ਾਂ ਵਿੱਚ, ਉਹ ਇਹਨਾਂ ਚੀਜ਼ਾਂ ਵਿੱਚ ਫਸਦੇ ਹੀ ਨਹੀਂ। ਉਹਨਾਂ ਨੇ ਵਾਹਿਗੁਰੂ ਤੋਂ ਬਿਨਾਂ ਹੋਰ ਕੁਝ ਨਹੀਂ ਜਾਣਿਆ, ਪਰਮੇਸ਼ਰ ਨੂੰ ਹੀ ਜਾਣ ਲਿਆ ਸਭ। ਮੈਂ ਹਰ ਬਿਨ ਪੱਖ ਧੜਾ ਅਵਰ ਨਾ ਕੋਈ, ਹਾਂ ਹਰ ਗੁਣ ਗਾਵਾਂ ਅਸੰਖ ਅਨੇਕ। ਮੈਂ ਵਾਹਿਗੁਰੂ ਦੇ ਗੁਣ ਗਾਉਣਾ ਬਸ, ਮੈਂ ਪਰਮੇਸ਼ਰ ਦੇ ਸਿਰਫ ਗੁਣ ਗਾਉਣਾ, ਹੋਰ ਮੈਂ ਕੁਛ ਨਹੀਂ ਕਰਦਾ। ਮੈਂ ਕੋਈ ਧੜੇਬੰਦੀ ਵਿੱਚ ਨਹੀਂ ਪੈਂਦਾ, ਮੈਂ ਕੋਈ ਪੱਖਵਾਦ ਵਿੱਚ ਨਹੀਂ ਪੈਂਦਾ, ਮੈਂ ਕੋਈ ਚੌਧਰ ਦੀ ਭੁੱਖ ਵਿੱਚ ਨਹੀਂ ਪੈਂਦਾ, ਮੈਂ ਕੋਈ ਰੁਤਬਿਆਂ ਦੇ ਮਗਰ ਨਹੀਂ ਉਲਝਦਾ। ਸਤਿਗੁਰੂ ਕਹਿੰਦੇ ਮੈਂ ਸਿਰਫ ਤੇ ਸਿਰਫ ਉਸ ਵਾਹਿਗੁਰੂ ਦੇ ਗੁਣ ਗਾਉਣਾ। ਜਿਹੜੇ ਉਸ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਉਹ ਮਾਇਆ ਵਿੱਚ ਪੈਂਦੇ ਹੀ ਨਹੀਂ। ਰਵਿਦਾਸ ਜੀ ਨੂੰ ਕੋਈ ਫਕੀਰ ਇੱਕ ਪਾਰਸ ਦਾ ਪੱਥਰ ਦੇ ਗਿਆ, ਪਾਰਸ ਪੱਥਰ ਦੇ ਗਿਆ। ਉਹ ਕਹਿੰਦਾ ਕਿ ਮੈਂ ਤੁਹਾਡੀ ਸੇਵਾ ਤੋਂ, ਤੁਹਾਡੇ ਜੀਵਨ ਤੋਂ, ਤੁਹਾਡੀ ਮਿਹਨਤ ਮਸ਼ੱਕਤ ਤੋਂ ਬਹੁਤ ਪ੍ਰਭਾਵਿਤ ਹੋਇਆ। ਤੁਹਾਡੇ ਵਰਗੇ ਨੇਕ ਭਲੇ ਪੁਰਸ਼ ਇਸ ਦੁਨੀਆ ਵਿੱਚ ਨਹੀਂ ਮਿਲਦੇ। ਮੇਰੇ ਵੱਡੇ ਭਾਗ ਕਿ ਤੁਹਾਡੇ ਵਰਗੇ ਗੁਰਮੁਖ ਨਾਲ, ਭਗਤ ਨਾਲ ਮਿਲਾਪ ਹੋਇਆ। ਮੈਂ ਆਪਣੇ ਤਰਫੋਂ ਤੁਹਾਨੂੰ ਕੁਝ ਭੇਟਾ ਕਰਨਾ ਚਾਹੁੰਦਾ। ਤਾਂ ਉਸਨੇ ਰਵਿਦਾਸ ਜੀ ਨੂੰ ਇੱਕ ਪਾਰਸ ਪੱਥਰ ਭੇਂਟ ਕੀਤਾ। ਰਵਿਦਾਸ ਮਹਾਰਾਜ ਨੇ ਕਿਹਾ ਕਿ ਮੈਂ ਇਸ ਪੱਥਰ ਦਾ ਕੀ ਕਰਾਂਗਾ। ਉਸਨੇ ਕਿਹਾ ਇਹ ਮਾਮੂਲੀ ਪੱਥਰ ਨਹੀਂ ਹੈ, ਇਸ ਪੱਥਰ ਨਾਲ ਤੁਸੀਂ ਕਿਸੇ ਧਾਤ ਨੂੰ ਸੁਹਾਓਗੇ, ਲੋਹੇ ਨੂੰ ਸੁਹਾਓਗੇ ਤਾਂ ਲੋਹਾ ਸੋਨੇ ਵਿੱਚ ਬਦਲ ਜਾਵੇਗਾ।
ਉਸਨੇ ਰਵਿਦਾਸ ਜੀ ਦੇ ਹੱਥ ਦੇ ਵਿੱਚੋਂ ਰੰਬੀ ਲੈ ਕੇ ਲੋਹੇ ਦੀ ਉਸ ਨੂੰ ਸੁਹਾ ਕੇ ਦਿਖਾਇਆ ਤਾਂ ਉਹ ਕੁਝ ਹੀ ਸਮੇਂ ਵਿੱਚ ਉਹ ਸੋਨਾ ਬਣ ਗਈ। ਤਾਂ ਉਹ ਕਹਿੰਦਾ ਆ ਵੇਖੋ ਇਹਦਾ ਚਮਤਕਾਰ, ਲੈ ਲਵੋ ਇਸ ਨੂੰ। ਰਵਿਦਾਸ ਮਹਾਰਾਜ ਕਹਿੰਦੇ ਮੈਂ ਭਲਾ ਇਸ ਪਾਰਸ ਦਾ ਕੀ ਕਰਾਂਗਾ, ਮੇਰਾ ਇਹਦੇ ਨਾਲ ਕੀ ਕੰਮ। ਉਹਨੇ ਕਿਹਾ ਤੁਸੀਂ ਭਲੇ ਪੁਰਸ਼ ਹੋ, ਤੁਹਾਡੇ ਮਨ ਅੰਦਰ ਕੋਈ ਲੋਭ ਨਹੀਂ, ਕੋਈ ਲਾਲਚ ਨਹੀਂ, ਤੁਸੀਂ ਆ ਕੱਖਾਂ ਦੀ ਕੁੱਲੀ ਵਿੱਚ ਰਹਿੰਦੇ ਹੋ। ਮੇਰੇ ਮਨ ਵਿੱਚ ਆਇਆ ਕਿ ਤੁਸੀਂ ਇਸ ਨੂੰ ਵਰਤ ਕੇ ਆਪਣਾ ਰਹਿਣ ਸਹਿਣ ਵਧੀਆ ਕਰ ਲਵੋਗੇ, ਵਧੀਆ ਘਰ ਬਣਾ ਲਓਗੇ, ਵਧੀਆ ਚੀਜ਼ਾਂ ਤੁਹਾਡੇ ਕੋਲ ਆ ਜਾਣਗੀਆਂ, ਸੁੱਖ ਸਹੂਲਤਾਂ ਤੁਹਾਨੂੰ ਮਿਲ ਜਾਣਗੀਆਂ, ਤੁਹਾਡੇ ਵਰਗੇ ਬੰਦੇ ਸੁੱਖ ਤੇ ਆਨੰਦਮਈ ਜ਼ਿੰਦਗੀ ਜਿਉਣ। ਇਹ ਸੋਹਣੇ ਲੱਗਦੇ ਨੇ। ਇੱਥੇ ਤੇ ਲੋਕ ਜਿਹੜੇ ਠੱਗੀਆਂ ਚੋਰੀਆਂ ਕਰਦੇ ਨੇ ਉਹ ਲੋਕ ਮਹਿਲ ਮਾੜੀਆਂ ਵਿੱਚ ਰਹਿੰਦੇ ਨੇ, ਤੇ ਤੁਹਾਡੇ ਵਰਗੇ ਮਿਹਨਤੀ ਬੰਦੇ, ਤੁਹਾਡੇ ਵਰਗੇ ਰੱਬ ਦੀ ਬੰਦਗੀ ਕਰਨ ਵਾਲੇ ਉਹ ਕੁੱਲੀਆਂ ਵਿੱਚ। ਇਸ ਲਈ ਮੇਰੇ ਮਨ ਵਿੱਚ ਆਇਆ ਕਿ ਮੈਂ ਇਹ ਤੁਹਾਨੂੰ ਭੇਂਟ ਕਰਾਂ। ਰਵਿਦਾਸ ਮਹਾਰਾਜ ਨੇ ਕਿਹਾ ਕਿ ਮੇਰੇ ਕਿਸੇ ਕੰਮ ਦਾ ਨਹੀਂ, ਨਾ ਮੈਨੂੰ ਜ਼ਰੂਰਤ ਹੈ ਮਹਿਲ ਮਾੜੀਆਂ ਦੀ, ਮੇਰਾ ਇਸ ਜਗ੍ਹਾ ਬੜਾ ਵਧੀਆ ਗੁਜ਼ਾਰਾ ਹੋ ਰਿਹਾ ਹੈ, ਮੈਂ ਬਹੁਤ ਆਨੰਦ ਵਿੱਚ ਹਾਂ, ਮੈਂ ਬੜਾ ਸੁੱਖ ਵਿੱਚ ਹਾਂ, ਮੈਨੂੰ ਨਹੀਂ ਚਾਹੀਦਾ। ਪਰ ਉਹ ਆਦਮੀ ਮੰਨਿਆ ਨਾ। ਉਹ ਧੱਕੇ ਨਾਲ ਰਵਿਦਾਸ ਮਹਾਰਾਜ ਦੀ ਜਿਹੜੀ ਝੁੱਗੀ ਸੀ, ਜਿਹੜੀ ਉਹਨਾਂ ਦੀ ਕੁੱਲੀ ਸੀ, ਉਹਦੇ ਵਿੱਚ ਹੀ ਫਸਾ ਗਿਆ ਤੇ ਆਖ ਗਿਆ ਆ ਪਿਆ, ਮੈਂ ਇੱਥੇ ਛੱਡ ਚੱਲਿਆ, ਇਸ ਨੂੰ ਵਰਤ ਲਿਓ, ਤੁਹਾਡਾ ਭਲਾ ਹੋ ਜਾਵੇਗਾ, ਤੁਹਾਡਾ ਘਰ-ਬਾਰ ਸਵਰ ਜਾਏਗਾ, ਤੁਹਾਡੇ ਬੱਚੇ ਉਹ ਸੁੱਖ ਤੇ ਆਨੰਦ ਨਾਲ ਜੀਵਨ ਜਿਉਣਗੇ। ਉਹ ਚਲਾ ਗਿਆ। ਕਈ ਮਹੀਨਿਆਂ ਬਾਅਦ ਉਹ ਵਾਪਸ ਪਰਤਿਆ। ਉਹ ਸੋਚ ਕੇ ਬੈਠਾ ਸੀ ਕਿ ਰਵਿਦਾਸ ਮਹਾਰਾਜ ਉਹ ਆਪਣਾ ਘਰ-ਬਾਰ ਵਧੀਆ ਬਣਾ ਕੇ ਬੈਠੇ ਹੋਣਗੇ, ਉਹਨਾਂ ਨੇ ਮਹਿਲ ਛੱਤ ਲਿਆ ਹੋਣਾ, ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ, ਉਹਨਾਂ ਦੇ ਘਰ ਦੇ ਮੂਹਰੇ ਹਾਥੀ ਘੋੜੇ ਖੜੋਤੇ ਹੋਣਗੇ। ਜਦੋਂ ਉਹ ਪਹੁੰਚਿਆ ਤਾਂ ਕੀ ਵੇਖਦਾ ਕਿ ਉੱਥੇ ਐਸਾ ਕੁਝ ਵੀ ਨਹੀਂ ਹੈ। ਉਹੀ ਕੁੱਲੀ, ਉਸੇ ਕੁੱਲੀ ਦੇ ਮੂਹਰੇ ਬੈਠੇ ਰਵਿਦਾਸ ਜੀ ਜੁੱਤੀਆਂ ਗੰਢਦੇ ਪਏ। ਬੜਾ ਨਿਰਾਸ਼ ਹੋਇਆ, ਬੜਾ ਦੁਖੀ ਹੋਇਆ। ਰਵਿਦਾਸ ਜੀ ਨੂੰ ਆ ਕੇ ਮੰਦਾ ਚੰਗਾ ਬੋਲਦਾ ਕਿ ਤੁਸੀਂ ਇਹ ਕੀ ਕਰਿਆ। ਉਹਨਾਂ ਆਖਿਆ ਮੈਂ ਕੀ ਕੀਤਾ, ਤੁਸੀਂ ਮੈਨੂੰ ਇਹ ਮੰਦਾ ਚੰਗਾ ਬੋਲ ਰਹੇ ਹੋ, ਮੈਂ ਕੀਤਾ ਕੀ। ਉਸਨੇ ਕਿਹਾ ਤੁਸੀਂ ਮੈਨੂੰ ਪੁੱਛਦੇ ਹੋ ਕੀਤਾ ਕੀ, ਤੁਸੀਂ ਕੀਤਾ ਹੀ ਕੱਖ ਨਹੀਂ, ਤੁਸੀਂ ਕਰਿਆ ਹੀ ਕੁਛ ਨਹੀਂ। ਤੁਹਾਨੂੰ ਇੰਨੀ ਕੀਮਤੀ ਚੀਜ਼ ਮੈਂ ਦੇ ਗਿਆ, ਤੁਸੀਂ ਉਸ ਦਾ ਇਸਤੇਮਾਲ ਹੀ ਨਹੀਂ ਕੀਤਾ। ਲੋਕ ਇਸ ਦੀ ਖਾਤਰ ਮਰਨ ਮਾਰਨ ਨੂੰ ਫਿਰਦੇ ਨੇ ਕਿ ਇਹੋ ਜੀ ਚੀਜ਼ ਕੋਈ ਸਾਨੂੰ ਮਿਲ ਜਾਏ, ਕੋਈ ਪਾਰਸ ਮਿਲ ਜਾਏ, ਕੋਈ ਖਜ਼ਾਨਾ ਮਿਲ ਜਾਏ, ਅਸੀਂ ਰਾਤੋਂ ਰਾਤ ਅਮੀਰ ਹੋ ਜਾਈਏ। ਤੇ ਤੁਹਾਨੂੰ ਮਿਲ ਗਿਆ ਤੇ ਤੁਸੀਂ ਉਸ ਦਾ ਇਸਤੇਮਾਲ ਵੀ ਨਹੀਂ ਕੀਤਾ। ਮੈਂ ਤੁਹਾਡੇ ਤੋਂ ਬਹੁਤ ਨਿਰਾਸ਼ ਹੋਇਆ, ਮੈਨੂੰ ਮੇਰੀ ਇਮਾਨਤ ਵਾਪਸ ਦੇ ਦਿਓ। ਰਵਿਦਾਸ ਜੀ ਕਹਿੰਦੇ ਭਾਈ ਕਿੱਥੇ ਰੱਖ ਗਏ ਸੀ, ਮੈਨੂੰ ਤਾਂ ਯਾਦ ਨਹੀਂ। ਉਸਨੇ ਕਿਹਾ ਕਿ ਹੁਣ ਤੁਸੀਂ ਝੂਠ ਬੋਲਦੇ ਹੋ, ਤੁਸੀਂ ਝੂਠ ਬੋਲਦੇ ਪਏ, ਉਹਦਾ ਇਸਤੇਮਾਲ ਤੁਸੀਂ ਕਰ ਲਿਆ ਹੋਣਾ, ਕਿਸੇ ਹੋਰ ਪਾਸੇ ਕੋਈ ਘਰ-ਬਾਰ ਬਣਾ ਲਿਆ ਹੋਣਾ, ਤੇ ਇੱਥੇ ਤੁਸੀਂ ਮੈਨੂੰ ਝੂਠ ਬੋਲਦੇ ਕਿ ਮੈਨੂੰ ਤਾਂ ਪਤਾ ਹੀ ਨਹੀਂ ਕਿੱਥੇ ਹੈ। ਉਹਨਾਂ ਨੇ ਆਖਿਆ ਕਿ ਮੈਨੂੰ ਨਹੀਂ ਯਾਦ ਕਿ ਕਿੱਥੇ ਹੈ, ਤੁਸੀਂ ਜਿੱਥੇ ਰੱਖ ਗਏ ਸੀ ਉੱਥੇ ਵੇਖੋ। ਉਸ ਫਕੀਰ ਨੇ, ਉਸ ਆਦਮੀ ਨੇ ਜਦੋਂ ਵੇਖਿਆ ਤਾਂ ਉਹ ਜਿਸ ਜਗ੍ਹਾ ਉਸ ਪੱਥਰ ਨੂੰ ਫਸਾ ਗਿਆ ਸੀ ਉਹ ਉੱਥੇ ਦਾ ਉੱਥੇ ਹੀ ਪਿਆ, ਉਸ ਨੂੰ ਕਿਸੇ ਨੇ ਹੱਥ ਵੀ ਨਹੀਂ ਲਾਇਆ। ਉਸ ਨੂੰ ਰਵਿਦਾਸ ਜੀ ਨੇ ਛੂਹ ਕੇ ਵੀ ਨਹੀਂ ਦੇਖਿਆ, ਨਾ ਉਹਨਾਂ ਦੇ ਪਰਿਵਾਰ ਵਿੱਚੋਂ ਕਿਸੇ ਨੇ ਉਸ ਨੂੰ ਇਸਤੇਮਾਲ ਕੀਤਾ, ਉਹਨੂੰ ਛੂਹਿਆ ਬਿਲਕੁਲ ਵੀ ਨਹੀਂ। ਸਤਿਗੁਰੂ ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਮਿਲ ਗਿਆ ਜਾਂ ਜਿਹੜੇ ਵਾਹਿਗੁਰੂ ਨਾਲ ਜੁੜ ਗਏ ਉਹ ਮਾਇਆ ਮਗਰ ਨਹੀਂ ਉਲਝਦੇ,
ਉਹ ਮਾਇਆ ਦੇ ਮਗਰ, ਦੁਨੀਆ ਦੀਆਂ ਚੌਧਰਾਂ ਮਗਰ ਉਹ ਆਪਣਾ ਸਮਾਂ ਨਹੀਂ ਖਰਾਬ ਕਰਦੇ। ਮਾਇਆ ਦੇ ਨਾਲ ਅਸੀਂ ਵੱਡੇ ਹੁੰਦੇ ਹਾਂ। ਸਤਿਗੁਰੂ ਕਹਿੰਦੇ ਕੌਣ ਵੱਡਾ? ਮਾਇਆ ਵਡਿਆਈ। ਵੱਡਾ ਕੌਣ ਹੈ? ਇੱਥੇ ਕੋਈ ਨਹੀਂ, ਇੱਥੇ ਮਾਇਆ ਦੀ ਵਡਿਆਈ ਹੈ, ਇੱਥੇ ਮਾਇਆ ਦੀ ਸੋਭਾ ਹੈ। ਲੋਕਾਂ ਕੋਲ ਪੈਸਾ ਹੈ, ਮਾਇਆ ਹੈ, ਪਰ ਕਈ ਵਾਰੀ ਉਸ ਮਾਇਆ ਨਾਲ ਓਨੀ ਪ੍ਰਸਿੱਧੀ, ਓਨੀ ਵਡਿਆਈ ਨਹੀਂ ਮਿਲਦੀ। ਤਾਂ ਫਿਰ ਕਿ ਲੋਕ ਕੀ ਕਰਦੇ ਨੇ? ਲੋਕ ਫਿਰ ਕੋਈ ਨਾ ਕੋਈ ਰੁਤਬਾ ਭਾਲਦੇ ਨੇ, ਕੋਈ ਨਾ ਕੋਈ ਅਹੁਦਾ ਭਾਲਦੇ ਨੇ, ਕੋਈ MLA, ਕੋਈ ਮੇਅਰ, ਕੋਈ ਇਹੋ ਜਿਹੀ ਕੋਈ ਕੁਰਸੀ ਭਾਲਦੇ ਨੇ, ਕੋਈ MC ਜਾਂ ਕੋਈ ਕਿਸੇ ਤਰ੍ਹਾਂ ਦਾ MP, ਕੋਈ ਜ਼ਿਲ੍ਹਾ ਪ੍ਰੀਸ਼ਦ, ਕੋਈ ਇਸ ਤਰ੍ਹਾਂ ਦਾ ਅਹੁਦਾ। ਤਾਂ ਫਿਰ ਉਸ ਅਹੁਦੇ ਨੂੰ ਹਾਸਲ ਕਰਨ ਦੇ ਲਈ ਜਿਹੜੀ ਉਹਨਾਂ ਕੋਲ ਮਾਇਆ ਹੈ, ਉਸ ਮਾਇਆ ਦਾ ਇਸਤੇਮਾਲ ਕਰਦੇ ਨੇ। ਆਪਣੇ ਪੱਲਿਓਂ ਪੈਸੇ ਖਰਚ ਕੇ ਉਹ ਅਹੁਦਾ ਹਾਸਲ ਕਰਦੇ ਨੇ, ਸਿਰਫ ਚੌਧਰ ਦੀ ਖਾਤਰ, ਸਿਰਫ ਚੌਧਰ, ਕਿ ਚੌਧਰ ਮਿਲੇਗੀ। ਰੋਬ ਨਾਲ ਤੁਰਾਂਗੇ, ਸੜਕ ਤੇ ਚੱਲਾਂਗੇ, ਲਾਲ ਬੱਤੀ ਵਾਲੀ ਗੱਡੀ ਹੋਵੇਗੀ ਕੋਲ, ਕੋਈ ਰੋਕ ਟੋਕ ਨਹੀਂ ਹੋਏਗੀ, ਬਸ ਚੌਧਰ, ਹੋਰ ਕੁਛ ਵੀ ਨਹੀਂ। ਚੌਧਰ ਦੀ ਭੁੱਖ ਨੇ ਦੁਨੀਆ ਨੂੰ ਬਰਬਾਦ ਕਰ ਛੱਡਿਆ। ਤੇ ਚੌਧਰ ਦੀ ਭੁੱਖ ਵਾਲਾ ਆਦਮੀ, ਉਹਨੂੰ ਧਰਮ ਨਾਲ ਜਾਂ ਕਿਸੇ ਹੋਰ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਉਹਨੂੰ ਕੋਈ ਵਾਹ ਵਾਸਤਾ ਨਹੀਂ ਧਰਮ ਨਾਲ, ਧਰਮ ਦੇ ਪ੍ਰਚਾਰ ਨਾਲ, ਕੁਛ ਨਹੀਂ। ਬਸ ਆਪਣੀ ਚੌਧਰ ਚਾਹੀਦੀ, ਕੁਰਸੀ ਚਾਹੀਦੀ ਹੈ, ਹੋਰ ਕੁਝ। ਪਰ ਜਿਹੜਾ ਵਾਹਿਗੁਰੂ ਦੀ ਭਗਤੀ ਕਰਨ ਵਾਲਾ, ਬੰਦਗੀ ਕਰਨ ਵਾਲਾ, ਉਹ ਚੌਧਰਾਂ ਨੂੰ, ਰੁਤਬਿਆਂ ਨੂੰ ਠੋਕਰ ਮਾਰ ਦਿੰਦਾ, ਕਿਉਂਕਿ ਉਹਦੇ ਵਾਸਤੇ ਵਾਹਿਗੁਰੂ ਦਾ ਨਾਮ ਹੀ ਸਭ ਕੁਝ, ਉਹਦੇ ਲਈ ਬੰਦਗੀ ਹੀ ਸਭ ਕੁਝ, ਉਹਦੇ ਲਈ ਸੇਵਾ ਹੀ ਸਭ ਕੁਝ, ਉਹਦੇ ਲਈ ਸਿਮਰਨ ਹੀ ਸਭ ਕੁਝ, ਉਹਦੇ ਲਈ ਸਭ ਕੁਝ ਇਹੀ। ਇਸ ਕਰਕੇ ਸਤਿਗੁਰੂ ਕਹਿੰਦੇ ਮੈਂ ਤਾਂ ਸਿਰਫ ਉਹਦੇ ਗੁਣ ਗਾਉਂਦਾ ਵਾਂ। ਹਾਂ, ਹਰ ਗੁਣ ਗਾਵਾਂ ਅਸੰਖ ਅਨੇਕ। ਮੈਂ ਵਾਹਿਗੁਰੂ ਦੇ ਗੁਣ ਗਾਉਂਦਾ ਵਾਂ। ਬਸ ਤੁਸੀਂ ਉਹਦੇ ਗੁਣ ਗਾਈ ਜਾਓ, ਉਸ ਨੂੰ ਸਿਮਰੀ ਜਾਓ, ਉਹ ਦਾਤਾਂ ਰਹਿਮਤਾਂ ਆਪੇ ਦੇਈ ਜਾਏਗਾ। ਚੀਜ਼ਾਂ ਆ ਚੌਧਰਾਂ ਬੰਦੇ ਦੇ ਪਿੱਛੇ ਪਿੱਛੇ ਲੱਗੀਆਂ ਫਿਰਦੀਆਂ, ਜਿਹੜੇ ਉਹਦੀ ਸੇਵਾ ਕਮਾਉਂਦੇ ਨੇ, ਜਿਹੜੇ ਉਹਦੇ ਚਰਨਾਂ ਨਾਲ ਜੁੜੇ ਨੇ। ਨਵਾਬ ਕਪੂਰ ਸਿੰਘ ਦੇ ਮਗਰ ਮਗਰ ਫਿਰਦੀ ਰਹੀ ਨਵਾਬੀ। ਜ਼ਕਰੀਆ ਖਾਨ ਨੇ ਨਵਾਬੀ ਭੇਜੀ ਕਿ ਮੈਂ ਤੁਹਾਨੂੰ ਨਵਾਬੀ ਦੇਣਾ, ਤੁਸੀਂ ਆ ਸਾਰੀਆਂ ਲੁੱਟਾਂ ਖੋਹਾਂ ਜੋ ਕਰਦੇ ਹੋ ਨਾ, ਸਾਡੇ ਤੇ ਗੁਰੀਲਾ ਯੁੱਧ ਕਰਦੇ ਹੋ, ਬੰਦ ਕਰ ਦਿਓ ਸਭ, ਅਸੀਂ ਤੁਹਾਨੂੰ ਰੁਤਬਾ ਦਿੰਨੇ ਆ, ਅਸੀਂ ਤੁਹਾਨੂੰ ਅਹੁਦਾ ਦਿੰਨੇ ਆ, ਨਵਾਬ ਬਣਾਵਾਂਗੇ ਤੁਹਾਨੂੰ। ਇਤਿਹਾਸ ਕਹਿੰਦਾ ਹੈ ਕਿ ਉਹ ਨਵਾਬੀ ਜਿਹੜੀ ਸਰਕਾਰ ਨੇ ਭੇਜੀ, ਉਹ ਨਵਾਬੀ ਕਈ ਦਿਨ ਖਾਲਸੇ ਦੇ ਦਰ ਤੇ ਰੁਲਦੀ ਰਹੀ, ਕਈ ਦਿਨ ਰੁਲਦੀ ਰਹੀ ਉਹ ਨਵਾਬੀ, ਕਿਸੇ ਨੇ ਲਈ ਨਾ, ਕੋਈ ਹੱਥ ਹੀ ਨਾ ਲਾਵੇ ਉਸ ਨੂੰ। ਜਿਨ੍ਹਾਂ ਨਵਾਬੀਆਂ ਦੀ ਖਾਤਰ, ਛੋਟੀਆਂ ਮੋਟੀਆਂ ਕੁਰਸੀਆਂ ਜਾਂ ਅਹੁਦਿਆਂ ਦੀ ਖਾਤਰ ਅੱਜ ਅਸੀਂ ਇੱਕ ਦੂਜੇ ਦੀਆਂ ਪੱਗਾਂ ਲਾਉਂਦੇ ਫਿਰਦੇ ਹਾਂ, ਮਾਰਦੇ ਫਿਰਦੇ ਹਾਂ, ਉਹ ਨਵਾਬੀ ਰੁਲਦੀ ਰਹੀ ਉੱਥੇ ਜੰਗਲਾਂ ਦੇ ਵਿੱਚ। ਅਖੀਰ ਫਿਰ ਫੈਸਲਾ ਹੋਇਆ ਕਿ ਕਿਸੇ ਨਾ ਕਿਸੇ ਨੂੰ, ਸਿੱਖ ਨੂੰ ਤਾਂ ਇਹ ਲੈਣੀ ਹੀ ਚਾਹੀਦੀ ਹੈ, ਕਿਉਂਕਿ ਇਹਦੇ ਰਾਹੀਂ ਹੋਰ ਨਹੀਂ ਤਾਂ ਘੱਟੋ ਘੱਟ ਅਸੀਂ ਆਪਣੇ ਗੁਰੂ ਘਰਾਂ ਦਾ ਪ੍ਰਬੰਧ ਸੁਧਾਰ ਲਵਾਂਗੇ, ਅਸੀਂ ਗੁਰੂ ਘਰਾਂ ਦੀ ਸੇਵਾ ਕਰ ਲਵਾਂਗੇ ਓਨੀ ਦੇਰ ਤੱਕ ਜਿੰਨੀ ਦੇਰ ਤੱਕ ਸ਼ਾਂਤੀ ਰਹੇਗੀ। ਇਸ ਮਨੋਰਥ ਨੂੰ ਮੁੱਖ ਰੱਖ ਕੇ ਨਵਾਬੀ ਲਈ ਗਈ, ਨਹੀਂ ਤਾਂ ਕਿਸੇ ਨੇ ਹੱਥ ਹੀ ਨਹੀਂ ਲਾਇਆ। ਕੋਈ ਸਿੱਖ ਅੱਗੇ ਨਾ ਆਇਆ ਨਵਾਬੀ ਲੈਣ ਲਈ। ਸਰਦਾਰ ਕਪੂਰ ਸਿੰਘ ਜੋ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਕਰਦੇ ਸੀ, ਖਾਲਸੇ ਨੇ ਕਿਹਾ ਕਿ ਇਹ ਨਵਾਬੀ ਤੁਹਾਨੂੰ ਦੇਣੀ ਆ। ਤਾਂ ਨਵਾਬ ਕਪੂਰ ਸਿੰਘ ਨੇ ਕਿਹਾ ਕਿ ਮੈਨੂੰ ਇਸ ਦੀ ਜ਼ਰੂਰਤ ਨਹੀਂ, ਮੈਂ ਸੇਵਾਦਾਰ ਹੀ ਠੀਕ ਹਾਂ, ਮੈਂ ਸੇਵਕ ਹੀ ਠੀਕ ਹਾਂ, ਪਰ ਪੰਜਾਂ ਪਿਆਰਿਆਂ ਨੇ ਹੁਕਮ ਕੀਤਾ ਕਿ ਇਹ ਤੁਹਾਨੂੰ ਲੈਣੀ ਪੈਣੀ ਹੈ।
ਤਾਂ ਕਪੂਰ ਸਿੰਘ ਨੇ ਕਿਹਾ ਕਿ ਠੀਕ ਹੈ, ਜੇ ਤੁਹਾਡਾ ਇਹੀ ਹੁਕਮ ਹੈ ਤਾਂ ਸਿਰ ਮੱਥੇ ਪ੍ਰਵਾਨ, ਪਰ ਪੰਜਾਂ ਪਿਆਰਿਆਂ ਦੇ ਚਰਨਾਂ ਨੂੰ ਸੁਹਾ ਕੇ ਮੇਰੇ ਸਿਰ ਤੇ ਰੱਖਿਓ। ਤੇ ਇੱਕ ਬੇਨਤੀ ਮੇਰੀ ਹੋਰ, ਕਿ ਜੇ ਮੈਨੂੰ ਨਵਾਬੀ ਦੇ ਦਿੱਤੀ ਤਾਂ ਮੇਰੇ ਕੋਲੋਂ ਆ ਸੇਵਾ ਨਾ ਖੋਲਿਓ ਕਿ ਹੁਣ ਤੂੰ ਨਵਾਬ ਹੋ ਗਿਆ ਤੇ ਹੁਣ ਤੂੰ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਨਹੀਂ ਕਰਨੀ। ਮੇਰੇ ਕੋਲੋਂ ਇਹ ਸੇਵਾ ਨਹੀਂ ਲੈਣੀ ਤੁਸੀਂ, ਮੈਂ ਇਹ ਇਵੇਂ ਹੀ ਕਰਨੀ ਹੈ। ਉਹਨਾਂ ਨੇ ਸਹਿਮਤੀ ਦਿੱਤੀ ਕਿ ਠੀਕ ਹੈ, ਤੁਸੀਂ ਨਵਾਬ ਬਣ ਕੇ ਵੀ ਇਹ ਸੇਵਾ ਕਰਦੇ ਰਹਿਣਾ। ਅੱਜ ਸਾਡੀ ਹਾਲਤ ਇਹ ਹੈ ਕਿ ਮੇਰੇ ਵਰਗੇ ਨੂੰ ਮਾੜਾ ਜਿਹਾ ਕੋਈ ਅਹੁਦਾ ਮਿਲ ਜਾਏ ਤੇ ਅਸੀਂ ਸੇਵਾ ਸੂਵਾ ਤੇ ਕਿਸੇ ਪਾਸੇ ਰਹਿ ਜਾਂਦੀ ਸਾਡੀ। ਉੱਥੇ ਸਾਨੂੰ ਚੇਤਾ ਹੀ ਭੁੱਲ ਜਾਂਦਾ ਕਿ ਸੇਵਾ ਵੀ ਕਰਨੀ ਹੁੰਦੀ ਹੈ। ਜਦੋਂ ਕੁਰਸੀ ਮਿਲ ਜਾਂਦੀ ਫਿਰ ਕੌਣ ਸੇਵਾ ਕਰਦਾ ਜੇ। ਸਤਿਗੁਰੂ ਕਹਿੰਦੇ ਜਦੋਂ ਵਾਹਿਗੁਰੂ ਨਾਲ ਬੰਦਾ ਜੁੜ ਜਾਂਦਾ ਤਾਂ ਉਹ ਇਹੋ ਜਿਹੇ ਅਹੁਦਿਆਂ ਵੱਲ ਦੇਖਦਾ ਵੀ ਨਹੀਂ ਹੈ। ਇਹ ਉਹਦੇ ਮਗਰ ਲੱਗੇ ਫਿਰਦੇ ਨੇ, ਉਹ ਪਰਵਾਹ ਨਹੀਂ ਕਰਦਾ ਇਹਨਾਂ ਦੀ। ਇਸ ਲਈ ਹਾਂ, ਹਰ ਗੁਣ ਗਾਵਾਂ ਅਸੰਖ ਅਨੇਕ, ਮੈਂ ਉਸ ਵਾਹਿਗੁਰੂ ਦੇ ਗੁਣ ਗਾਉਂਦਾ ਵਾਂ। ਸਤਿਗੁਰੂ ਕਹਿੰਦੇ ਲੋਕ ਆਪਣੇ ਸਵਾਰਥ ਕਾਰਨ, ਮਾਇਆ ਕਾਰਨ ਧੜੇ ਬੰਦੀਆਂ ਕਰਦੇ ਫਿਰਦੇ ਨੇ। ਕਿਸ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ। ਕਿਸੇ ਨੇ ਆਪਣੇ ਸਵਾਰਥ ਕਰਕੇ ਧੜਾ ਕਰ ਲਿਆ। ਕਿਸ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ। ਆਪਣੇ ਕਿਸੇ ਮਿੱਤਰ ਨਾਲ, ਆਪਣੇ ਪੁੱਤਰ ਨਾਲ ਧੜਾ, ਧੜੇਬੰਦੀ, ਕਿ ਦੋ ਕੁ ਬੰਦੇ ਐ ਨੂੰ ਰਲ ਗਏ, ਦੋ ਕਹਿ ਨੂੰ ਰਲ ਗਏ। ਸਤਿਗੁਰੂ ਕਹਿੰਦੇ ਆਪਣੇ ਸਵਾਰਥ ਦੀ ਖਾਤਰ, ਮਾਇਆ ਦੀ ਖਾਤਰ, ਚੌਧਰ ਦੀ ਖਾਤਰ, ਕਿਸੇ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ। ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ। ਕਿਸੇ ਨੇ ਧੜਾ ਕਰ ਲਿਆ ਆਪਣੇ ਕੁੜਮ ਨਾਲ, ਕਿਸੇ ਨੇ ਧੜਾ ਕਰ ਲਿਆ ਆਪਣੇ ਜਵਾਈ ਭਾਈ ਨਾਲ। ਐਸਾ ਹੀ ਹੁੰਦਾ ਕਿ ਅੱਜ ਕੱਲ ਤਾਂ ਸਾਡੀਆਂ ਰਿਸ਼ਤੇਦਾਰੀਆਂ ਉਹ ਮਤਲਬ ਦੀਆਂ ਨੇ, ਬਿਨਾਂ ਮਤਲਬ ਤੋਂ ਸਾਡੀ ਰਿਸ਼ਤੇਦਾਰੀ ਵੀ ਨਹੀਂ ਰਹੀ ਹੈ ਅੱਜ। ਇਸ ਲਈ ਲੋਕ ਮਿਲਦੇ ਗਿਲਦੇ ਵੀ ਕਿਸੇ ਕਾਰਨ ਕਰਕੇ ਨੇ। ਅਚਾਨਕ ਕੋਈ ਬੰਦਾ ਘਰ ਆ ਜਾਏ ਨਾ ਤਾਂ ਬੰਦਾ ਸੋਚਾਂ ਵਿੱਚ ਪੈ ਜਾਂਦਾ ਕਿ ਇਹਨੂੰ ਕਿਹੜਾ ਕੰਮ ਹੋਣਾ ਜਿਹੜਾ ਆਇਆ ਇਹ। ਕਿਉਂਕਿ ਸਾਨੂੰ ਪਤਾ ਹੈ ਕਿ ਬਿਨਾਂ ਕੰਮ ਤੋਂ ਅਸੀਂ ਕਿਸੇ ਦੇ ਘਰ ਆਉਂਦੇ ਜਾਂਦੇ ਨਹੀਂ। ਹਾਲ ਚਾਲ ਪੁੱਛਣ ਤਾਂ ਅਸੀਂ ਕਦੇ ਵੀ ਨਹੀਂ ਜਾਂਦੇ, ਬਿਨਾਂ ਕੰਮ ਤੋਂ ਨਹੀਂ ਅਸੀਂ ਕਦੇ ਜਾਂਦੇ। ਕਈ ਵਾਰੀ ਮੈਂ ਬੇਨਤੀ ਕੀਤੀ ਕਿ ਜੇ ਸਾਡੇ ਜੀਵਨ ਵਿੱਚ ਦੁੱਖ ਤੇ ਸੁੱਖ ਨਾ ਹੋਵੇ, ਸ਼ਾਇਦ ਅਸੀਂ ਲੋਕ ਕਦੇ ਇੱਕ ਦੂਸਰੇ ਨੂੰ ਮਿਲੀਏ ਵੀ ਨਾ। ਕਿਉਂਕਿ ਜਿਹੋ ਜਿਹੇ ਹਾਲਾਤ ਨੇ ਨਾ ਸਾਡੇ ਮਨੁੱਖਾਂ ਦੇ, ਜੇ ਸਾਡੇ ਜੀਵਨ ਵਿੱਚ ਜੰਮਣ ਮਰਨਾ, ਵਿਆਹ ਸ਼ਾਦੀ, ਮੌਤ, ਇਹ ਚੀਜ਼ਾਂ ਨਾ ਹੋਣ ਤਾਂ ਸ਼ਾਇਦ ਕੋਈ ਰਿਸ਼ਤੇਦਾਰ ਕਦੇ ਇਕੱਠੇ ਹੀ ਨਾ ਹੋਣ। ਕਦੇ ਕੋਈ ਖੁਸ਼ੀ ਗਮੀ ਹੋਵੇ ਨਾ ਤਾਂ ਲੋਕ ਜੁੜਨ ਹੀ ਨਾ ਕਦੇ। ਕਿਉਂਕਿ ਬਿਨਾਂ ਕਾਰਨ ਤੋਂ ਕੌਣ ਜੁੜਦਾ ਹੈ? ਕੋਈ ਵਿਆਹ ਸ਼ਾਦੀ ਹੁੰਦੀ ਲੋਕ ਇਕੱਠੇ ਹੁੰਦੇ ਨੇ, ਕੋਈ ਮੌਤ ਹੁੰਦੀ ਹੈ, ਅੰਤਮ ਅਰਦਾਸ ਹੁੰਦੀ ਹੈ, ਲੋਕ ਇਕੱਠੇ ਹੁੰਦੇ ਨੇ। ਜੰਮਣੇ ਮਰਨੇ ਤੇ ਲੋਕ ਜੁੜਦੇ ਨੇ, ਨਹੀਂ ਤਾਂ ਲੋਕ ਭਲਾ ਕਿੱਥੋਂ ਜੁੜਨ। ਲੋਕ ਚਾਹੁੰਦੇ ਨੇ ਕਿ ਲੰਬੀ ਉਮਰ ਹੋਵੇ, ਮੌਤ ਨਾ ਹੋਵੇ। ਤੁਸੀਂ ਜਰਾ ਹਿਸਾਬ ਲਾ ਲਓ, ਜੇ ਮੌਤ ਨਾ ਹੋਵੇ ਤਾਂ ਲੋਕ ਇਕੱਠੇ ਕਿੱਦਾਂ ਹੋਣਗੇ? ਰਿਸ਼ਤੇਦਾਰ ਮਿਲਣਗੇ ਕਿਵੇਂ? ਕਦੇ ਵੀ ਨਾ ਮਿਲਣਾ। ਇਸ ਲਈ ਸੁੱਖ ਦੁੱਖ ਵਾਹਿਗੁਰੂ ਨੇ ਬਣਾਏ ਕੁਝ ਇਸ ਢੰਗ ਨਾਲ ਨੇ। ਸ਼ਾਇਦ ਉਹ ਸਾਡੇ ਖਾਤਰ, ਕਿਉਂਕਿ ਸ਼ਾਇਦ ਰੱਬ ਜਾਣਦਾ ਸੀ ਕਿ ਇਹਨਾਂ ਨੇ ਅੱਗੇ ਮਿਲਣਾ ਗਿਲਣਾ ਤੇ ਹੈ ਨਹੀਂ, ਚਲੋ ਸੁੱਖ ਦੁੱਖ ਦੇ ਬਹਾਨੇ ਮਿਲ ਲੈਣਗੇ, ਕਰਨਗੇ। ਅਸੀਂ ਸਭ ਸਵਾਰਥੀ ਲੋਕ ਹਾਂ, ਬਿਨਾਂ ਮਤਲਬ ਤੋਂ ਕਿਸੇ ਨੂੰ ਮਿਲਦੇ ਗਿਲਦੇ ਨਹੀਂ। ਸਤਿਗੁਰੂ ਕਹਿੰਦੇ ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ। ਕਿਸ ਹੀ ਧੜਾ ਕੀਆ ਸਿੱਕਦਾਰ ਚੌਧਰੀ ਨਾਲ ਆਪਣੇ ਸਵਾਈ। ਆਪਣੇ ਸਵਾਈ ਮਤਲਬ ਆਪਣੇ ਸਵਾਰਥ ਦੀ ਖਾਤਰ। ਕਿਸੇ ਨੇ ਚੌਧਰੀ ਨਾਲ, ਉਸ ਵੇਲੇ ਇਹੀ ਸਨ, ਅੱਜ ਦੇ ਕਹਿ ਲਓ ਕਿ ਕਿਸੇ ਨੇ MC ਨਾਲ, ਮੇਅਰ ਨਾਲ, ਜਾਂ ਕਿਸੇ ਨੇ MLA ਨਾਲ ਧੜਾ ਕਰ ਲਿਆ, ਕਿਸੇ ਨੇ ਮੰਤਰੀ ਨਾਲ ਧੜਾ ਕਰ ਲਿਆ। ਲੋਕ ਜਦੋਂ ਕੋਈ ਬੰਦਾ ਕਿਸੇ ਅਹੁਦੇ ਨੂੰ ਹਾਸਲ ਕਰ ਲੈਂਦਾ ਨਾ ਤਾਂ ਲੋਕ ਫਿਰ ਉਹਦੇ ਨਾਲ ਰਿਸ਼ਤੇਦਾਰੀਆਂ ਵੀ ਕੱਢ ਲੈਂਦੇ ਨੇ, ਇੱਧਰੋਂ ਉੱਧਰੋਂ, ਦੂਰੋਂ ਨੇੜੇ ਦੀਆਂ ਰਿਸ਼ਤੇਦਾਰੀਆਂ ਵੀ ਫਿਰ ਉਹਦੇ ਨਾਲ ਕਿਸੇ ਤਰ੍ਹਾਂ ਲੱਭ ਹੀ ਲੈਂਦੇ ਨੇ। ਸਤਿਗੁਰੂ ਕਹਿੰਦੇ ਲੋਕ ਧੜੇਬੰਦੀ ਵਿੱਚ ਉਲਝੇ ਹੋਏ ਨੇ।
किस ही धड़ा किया सिकदार चौधरी, नाल अपने सवाई, हमारा धड़ा हर रहा समाई। मेरा धड़ा तो सिर्फ परमात्मा है, मेरा धड़ा तो सिर्फ परमेश्वर है, मैं ओदे तो बिना होर कुछ जानदा ही नहीं। हम हर स्यों धड़ा किया मेरी हर टेक, मैं वाहिगुरु नाल धड़ा कीता, मेरी सिर्फ वाहिगुरु ही टेक है। सिर्फ ओही मेरा आसरा, मैनू किसी बंदे दा आसरा नहीं। इसलिए जदों मैनू किते जरूरत हुंदी है किसी चीज़ की, तो मैं वाहिगुरु दे चरनां विच बेनती करना है। सतगुरु कहंदे मैं उहदे चरनां विच बेनती करदा। आपां पढ़दे ना बचन, गुरु साहब ने यही तो सानू कहा कि कीता लोड़ीए कम तां हर पै आखीए। हुण असीं लोग ये शब्द सिर्फ विआह ते पढ़दे हां, सानू लगता है कि सिर्फ विआह करना लोड़ीए तां गुरु दे अगे अरदास करिए। ये शब्द तुसीं अगे पिछे कदी पढ़दे रागियां दे कोलों सुनोगे नहीं, सिर्फ आनंद कारज वाले दिन ही सुनोगे। जद कि गुरु की कहंदा इस शब्द विच, इस शब्द विच गुरु कहंदा कि जे तू कोई काम कराउणा चाहुंदा है ना, तां गुरु दे अगे बेनती कर। कीता लोड़ीए कम सो हर पै आखीए, तो उहदे चरनां विच आखना चाहिए, उहदे चरनां विच बेनती करनी चाहिए है। इसलिए सतगुरु कहंदे जदों मैनूं किसी चीज़ की लोड़ हुंदी है तो मैं उहनूं बेनती करदा, मैं लोकां दे अगे मिन्नतां नहीं करदा फिरदा, मैं उहदे चरनां विच अरदास करदा है, ते ओह किरपा करके रहमत कर दिंदा है। इसलिए सतगुरु कहंदे मैं हर बिन पख धड़ा अवर ना कोई, हाँ हर गुण गावा असंख अनेक रहाओ, जिन स्यों धड़े करें से जाहें। सतगुरु कहंदे जिन्हां नाल बंदा धड़ेबंदी करदा है, जिन्हां नाल धड़े करदा है, वो बंदे इस दुनिया तो चले जाते हैं। सब चले जाना, असी सब ने तुर जाना इथों। जिन स्यों धड़े करें से जाहें, झूठ धड़े कर पछोताएं। सतगुरु कहंदे झूठे धड़े ने, इन्हों करके बंदा पछताउंदा ही है। बंदे दे पल्ले पछतावा ही पैंदा, होर कुछ नहीं। धड़ियां चों की मिलदा है, धड़ेबंदियां चों कुछ भी हासिल नहीं हुंदा। असीं उलझ जाने आ साडे सिखां दियां हुण जिन्नियां धड़ेबंदियां ने, जथेबंदियां ने, किसी दा मूँह किसी पासे नूं, किसी दा किसी पासे नूं, सारे आपस में लड़ी जाते। वो कहंदे जी जो असीं कहने वो ठीक है, दूसरे कहंदे जो असीं कहने वो ठीक है, आपस में ही लड़ी जाते हैं। हासिल हुंदा है कुछ, कुछ भी हासिल नहीं हुंदा, कुछ भी प्राप्त नहीं हुंदा। बस इसे चक्कर विच उलझे हैं कि असीं चंगे हैं। जेड़ा कोई जेड़ी संप्रदा नाल जुड़िया, जेड़ी कोई परंपरा नाल जुड़िया, वो बस उहनूं ही मनदा है, उहदे लई दूजे बंदे गलत ने, दूसरे नूं नफरत करदा है। सतगुरु कहंदे ये झूठे ने सब, ये पछताउणगे, ये दुखी होणगे। झूठ धड़े कर पछो ताहे थिर ना रहें। सतगुरु कहंदे कोई भी थिर नहीं रहिंदा, ना ये रहणगे। थिर ना रहें मन खोट कमाहे, जिन्हां दे मन विच खोट है वो कदे थिर नहीं रहणगे, क्योंकि मन विच खोट। बंदा मूँह तो किसी नूं मिलदा है ते बड़ा कहंदा है कि खुशी हुई, पर मन विच कहंदा है कि कित्थे टक्कर गया, सवेरे सवेरे कित्थे मत्थे लग गया। सतगुरु कहंदे मन विच खोट है, ते इहो जिहा बंदा वो किवें शांत हो जाएगा, वो किवें सुखी होवेगा। इसलिए मन विच खोट है। हम हर स्यों धड़ा किया जिसका कोई समर्थ ना है। सतगुरु कहंदे मैं वाहिगुरु नाल धड़ा कीता है, मैं उहदे नाल सांझ पाई जिहदे वर्गा कोई समर्थ नहीं है, जिहदे वर्गा कोई समर्थ नहीं। ये सब धड़े माया मोह पसारी। सतगुरु कहंदे धड़े सब माया दा मोह, माया दे मोह दा पसार है, होर कुछ नहीं है। माया दे मोह दा पसार। बंदा चाहुंदा है कि मैनू सब चीज़ां मिल जाण, वो अपने स्वार्थ नूं मुख रख के वो दूसरिਆਂ ਨੂੰ ਨਾਲ ਰਲਾ के धड़ा बना लैंदा है। सतगुरु कहंदे माया दे मोह दा पसार है, होर कुछ नहीं है, सिर्फ माया दा मोह। ये सब धड़े माया मोह पसारी,
ਮਾਇਆ ਕੋ ਲੂਝੈ ਗਾਵਾਰੀ। ਸਤਿਗੁਰੂ ਨੇ ਗਵਾਰ ਕਿਹਾ ਉਹਨਾਂ ਬੰਦਿਆਂ ਨੂੰ ਜਿਹੜੇ ਮਾਇਆ ਦੀ ਖਾਤਰ ਉਲਝਦੇ ਨੇ, ਲੜਦੇ ਨੇ। ਮਾਇਆ ਦੀ ਖਾਤਰ ਮਤਲਬ ਪੈਸੇ ਦੀ ਖਾਤਰ, ਸਿਰਫ ਪੈਸੇ ਦੀ ਖਾਤਰ ਨਹੀਂ ਹੈ ਕਿ ਚੀਜ਼ਾਂ ਦੀ ਖਾਤਰ, ਰੁਤਬਿਆਂ ਦੀ ਖਾਤਰ, ਮਾਣ ਵਡਿਆਈ ਦੀ ਖਾਤਰ ਉਹ ਲੁੱਝਦੇ ਫਿਰਦੇ ਨੇ, ਕਰੁੱਝਦੇ ਫਿਰਦੇ ਨੇ, ਖਪਦੇ ਫਿਰਦੇ ਨੇ। ਮਾਇਆ ਕੋ ਲੂਝੈ ਗਵਾਰੀ। ਸਤਿਗੁਰੂ ਕਹਿੰਦੇ ਗਵਾਰ ਨੇ ਇਹ ਲੋਕ, ਨਾ ਸਮਝ ਨੇ, ਇਹਨਾਂ ਨੂੰ ਸਮਝ ਹੀ ਨਹੀਂ। ਮਾਇਆ ਕੋ ਲੂਝੈ ਗਵਾਰੀ, ਜਨਮ ਮਰੈ ਜੂਐ ਬਾਜ਼ੀ ਹਾਰੀ। ਜੰਮਣ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਨੇ, ਆਪਣਾ ਜੀਵਨ ਇਵੇਂ ਹਾਰ ਜਾਂਦੇ ਨੇ ਜਿਵੇਂ ਕੋਈ ਜੁਆਰੀ ਜੂਏ ਵਿੱਚ ਸਭ ਕੁਝ ਹਾਰ ਜਾਂਦਾ। ਉਹਨੇ ਜੂਏ ਦੇ ਵਿੱਚ ਸਾਰਾ ਕੁਝ ਆਪਣਾ ਬਰਬਾਦ ਕਰ ਲਿਆ। ਮਨਮੁਖ ਬੰਦਾ ਸਾਰੀ ਜ਼ਿੰਦਗੀ ਧੜੇ ਬੰਦੀਆਂ ਵਿੱਚ ਉਲਝਿਆ ਰਹਿੰਦਾ ਹੈ, ਸਾਰੀ ਜ਼ਿੰਦਗੀ ਮੈਂ ਮੇਰੀ ਵਿੱਚ, ਮਾਇਆ ਵਿੱਚ ਉਲਝਿਆ ਰਹਿੰਦਾ ਤੇ ਆਪਣਾ ਜੀਵਨ ਬਰਬਾਦ ਕਰਕੇ ਇਸ ਦੁਨੀਆ ਤੋਂ ਚਲਿਆ ਜਾਂਦਾ ਹੈ। ਹਮਰੈ ਹਰ ਧੜਾ ਜੇ ਹਲਤ ਪਲਤ ਸਭ ਸਵਾਰੀ। ਸਤਿਗੁਰੂ ਕਹਿੰਦੇ ਮੇਰਾ ਜਿਹੜਾ ਧੜਾ ਹੈ ਨਾ, ਉਹ ਮੇਰਾ ਲੋਕ ਵੀ ਸਵਾਰ ਦਿੰਦਾ ਹੈ ਤੇ ਮੇਰਾ ਪਰਲੋਕ ਵੀ, ਕਿਉਂਕਿ ਮੇਰਾ ਧੜਾ ਵਾਹਿਗੁਰੂ ਹੈ। ਉਹਨੇ ਮੇਰਾ ਆਹ ਸੰਸਾਰ ਵੀ ਸਵਾਰ ਦਿੱਤਾ, ਉਹ ਮੇਰਾ ਅਗਾਂਹ ਦਾ ਸੰਸਾਰ ਵੀ ਸਵਾਰ ਦੇਗਾ। ਉਹਨੇ ਮੇਰਾ ਅੱਜ ਵੀ ਸਵਾਰਿਆ, ਉਹ ਮੇਰਾ ਕੱਲ ਵੀ ਸਵਾਰ ਦੇਗਾ। ਇਸ ਲਈ ਉਹੀ ਸਭ ਕੁਝ ਹੈ। ਕਲਯੁਗ ਮੈਂ ਪੰਜ ਧੜੇ ਪੰਜ ਚੋਰ ਝਗੜਾਏ। ਸਤਿਗੁਰੂ ਕਹਿੰਦੇ ਇਸ ਸੰਸਾਰ ਵਿੱਚ, ਇਸ ਕਲਯੁਗ ਵਿੱਚ, ਆ ਜਿਹੜਾ ਅੱਜ ਦਾ ਸਾਡਾ ਸਮਾਜ ਹੈ, ਇਸ ਸਮਾਜ ਵਿੱਚ ਪੰਜ ਚੋਰ ਝਗੜਾਏ, ਪੰਜਾਂ ਵਿਕਾਰਾਂ ਦੇ ਅਧੀਨ ਹੋ ਕੇ ਬੰਦਾ ਝਗੜਦਾ ਰਹਿੰਦਾ। ਕਾਮ ਕ੍ਰੋਧ ਜਿਹੜੇ ਪੰਜ ਵਿਕਾਰ ਨੇ, ਪੰਜ ਚੋਰ ਨੇ, ਇਹਨਾਂ ਦੇ ਚੱਕਰ ਵਿੱਚ ਉਲਝ ਕੇ ਅਸੀਂ ਲੋਕ ਝਗੜਦੇ ਰਹਿੰਦੇ ਹਾਂ। ਕਾਮ ਕਰਕੇ, ਲੋਭ ਕਰਕੇ, ਮੋਹ ਕਰਕੇ, ਆਪਣੇ ਹੰਕਾਰ ਕਰਕੇ ਕ੍ਰੋਧਿਤ ਹੁੰਦੇ ਹਾਂ, ਫਿਰ ਝਗੜਦੇ ਹਾਂ। ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ। ਸਤਿਗੁਰੂ ਕਹਿੰਦੇ ਇਹ ਸਾਰੇ ਕੀ ਕਰਦੇ ਨੇ? ਬੰਦੇ ਦੇ ਅੰਦਰ ਅਭਿਮਾਨ ਵਧਾਉਂਦੇ ਨੇ, ਹੰਕਾਰ ਨੂੰ ਵਧਾਉਂਦੇ ਨੇ। ਕਾਮ ਕ੍ਰੋਧ ਲੋਭ ਮੋਹ, ਬੰਦੇ ਦਾ ਹੰਕਾਰ ਵੱਧਦਾ ਹੈ। ਹੋਰ ਜਿਸਨੂੰ ਕਿਰਪਾ ਕਰੇ ਤਿਸ ਸਤ ਸੰਗ ਮਿਲਾਏ। ਜਿਹਨੂੰ ਵਾਹਿਗੁਰੂ ਕਿਰਪਾ ਕਰਦਾ ਉਸ ਨੂੰ ਸਤ ਸੰਗਤ ਦਾ ਮਿਲਾਪ ਹਾਸਲ ਹੁੰਦਾ ਹੈ। ਉਹਨੂੰ ਸੰਗ ਮਿਲਦਾ ਹੈ ਗੁਰੂ ਦਾ, ਜਿਹਦੇ ਤੇ ਉਹ ਰਹਿਮਤ ਕਰਦਾ ਹੈ, ਉਹ ਬਖਸ਼ਿਸ਼ ਕਰਦਾ ਹੈ। ਜਿਸਨੂੰ ਕਿਰਪਾ ਕਰੇ ਤਿਸ ਸਤ ਸੰਗ ਮਿਲਾਏ। ਹਮਰਾ ਹਰ ਧੜਾ ਜਿਨ ਇਹ ਧੜੇ ਸਭ ਗਵਾਏ। ਸਤਿਗੁਰੂ ਕਹਿੰਦੇ ਮੇਰਾ ਧੜਾ ਵਾਹਿਗੁਰੂ, ਜਿਹਨੇ ਮੇਰੀ ਆ ਧੜਿਆਂ ਦੇ ਚੱਕਰ ਵਾਲੀ ਸਾਰੀ ਗੱਲ ਹੀ ਖਤਮ ਕਰ ਦਿੱਤੀ, ਜਿਹਨੇ ਸਭ ਕੁਝ ਗਵਾ ਦਿੱਤਾ। ਮੇਰੇ ਮਨ ਵਿੱਚ ਹੁਣ ਕੋਈ ਧੜੇਬੰਦੀ ਹੈ ਹੀ ਨਹੀਂ। ਹੁਣ ਸਭ ਮੈਨੂੰ ਇੱਕੋ ਜਿਹੇ ਦਿਸਦੇ ਨੇ, ਸਭ ਨਾਲ ਇੱਕੋ ਜਿਹੀ ਸਾਂਝ। ਇਸ ਲਈ ਹੁਣ ਧੜਾ ਕੋਈ ਹੈ ਹੀ ਨਹੀਂ। ਮਿਥਿਆ ਦੂਜਾ ਭਾਉ ਧੜੇ ਬਹਿ ਪਾਵੈ। ਸਤਿਗੁਰੂ ਕਹਿੰਦੇ ਇਹ ਦੂਸਰਾ ਭਾਉ, ਇਹ ਮਾਇਆ ਦਾ ਮੋਹ, ਇਹੀ ਹੈ ਮਾਇਆ ਦਾ ਪਿਆਰ ਜੋ ਬੰਦੇ ਨੂੰ ਧੜਿਆਂ ਵਿੱਚ ਉਲਝਾਉਂਦਾ ਹੈ। ਮਿਥਿਆ ਦੂਜਾ ਭਾਉ ਧੜੇ ਬਹਿ ਪਾਵੈ। ਪਰਾਇਆ ਛਿੱਦਰ ਅਟਕਲ ਹੈ, ਆਪਣਾ ਅਹੰਕਾਰ ਵਧਾਵੇ। ਸਤਿਗੁਰੂ ਕਹਿੰਦੇ ਪਰਾਇਆ ਛਿੱਦਰ, ਦੂਸਰਿਆਂ ਦੇ ਛਿੱਦਰ, ਦੂਸਰਿਆਂ ਦੇ ਔਗਣ ਦੇਖਦਾ ਹੈ। ਦੂਸਰਿਆਂ ਦੇ, ਅਸੀਂ ਦੂਸਰਿਆਂ ਦੇ ਔਗਣ ਦੇਖ ਰਹੇ ਕਿ ਉਹ ਬੰਦਾ ਐਵੇਂ ਕਰਦਾ, ਉਹ ਐਵੇਂ ਕਰਦਾ, ਉਹ ਗਲਤ ਹੈ, ਫਲਾਣਾ ਗਲਤ ਹੈ। ਖਿਆਲ ਰੱਖਣਾ, ਜਦ ਤੱਕ ਸਾਡੇ ਅੰਦਰ ਦੂਸਰਿਆਂ ਨੂੰ ਗਲਤ ਕਹਿਣ ਦੀ ਬਿਰਤੀ ਹੈ, ਉਦੋਂ ਤੱਕ ਅਸੀਂ ਖੁਦ ਠੀਕ ਨਹੀਂ ਹੋ ਸਕਦੇ। ਜਦੋਂ ਇਹ ਖਿਆਲ ਰੱਖਣਾ ਕਿ ਜਦੋਂ ਤੱਕ ਸਾਨੂੰ ਦੂਸਰੇ ਬੰਦੇ ਗਲਤ ਨਜ਼ਰ ਆਉਂਦੇ ਨੇ, ਉਦੋਂ ਤੱਕ ਅਸੀਂ ਖੁਦ ਵੀ ਗਲਤ ਹੀ ਹੋਵਾਂਗੇ। ਜੇ ਕਿਸੇ ਦੂਸਰੇ ਵਿੱਚ ਸ਼ਰਧਾ ਨਹੀਂ ਦਿਸਦੀ ਨਾ, ਤਾਂ ਇਸ ਦਾ ਮਤਲਬ ਸਾਡੇ ਵਿੱਚ ਵੀ ਨਹੀਂ ਹੈ। ਜੇ ਦੂਸਰੇ ਵਿੱਚ ਪ੍ਰੇਮ ਨਹੀਂ ਦਿਸਦਾ, ਤਾਂ ਇਸ ਦਾ ਮਤਲਬ ਸਾਡੇ ਵਿੱਚ ਵੀ ਨਹੀਂ ਹੈ। ਇਸ ਲਈ ਜਦੋਂ ਦੂਸਰਾ ਚੰਗਾ ਦਿਸਣ ਲੱਗ ਪਵੇ ਤਾਂ ਬੰਦਾ ਆਪ ਵੀ ਚੰਗਾ ਹੋ ਗਿਆ। ਜਦੋਂ ਦੂਸਰਾ ਗੁਰਮੁਖ ਦਿਸਣ ਲੱਗ ਪਵੇ ਤਾਂ ਆਪ ਵੀ ਬੰਦਾ ਗੁਰਮੁਖ ਹੋ ਗਿਆ। ਇਸ ਲਈ ਸਤਿਗੁਰੂ ਕਹਿੰਦੇ ਜਿਹੜਾ ਮਾਇਆ ਦਾ ਭਾਉ ਹੈ ਨਾ, ਇਹ ਬੰਦੇ ਨੂੰ ਗੁਣ ਦੇਖਣ ਨਹੀਂ ਦਿੰਦਾ। ਇਹ ਦੂਸਰਿਆਂ ਦੇ ਛਿੱਦਰ ਦੇਖਦਾ, ਦੂਸਰਿਆਂ ਦੇ ਔਗਣ ਦੇਖਦਾ, ਲੂਪ ਦੇਖਦਾ ਕਿ ਜਰਾ ਜਿਹਾ ਇਹਦੀ ਕੋਈ ਗਲਤੀ ਦਿਸ ਜਾਵੇ ਇੱਕ ਵਾਰੀ ਬਸ,
ਲੋਕ ਧਿਆਨ ਰੱਖਦੇ ਨੇ ਇਸ ਗੱਲ ਦਾ ਕਿ ਇਹ ਬੰਦਾ ਨਾ ਬਾਹਲਾ ਬਣਿਆ ਫਿਰਦਾ ਨਾ ਚੌਧਰੀ, ਇਹਦੀ ਜਰਾ ਜੀ ਇੱਕ ਗਲਤੀ ਪਤਾ ਲੱਗੇ ਮੈਨੂੰ, ਇਹਦਾ ਮੈਂ ਤਮਾਸ਼ਾ ਬਣਾਵਾਂ ਦੁਨੀਆ 'ਚ। ਲੋਕ ਇਹ ਕੁਝ ਕਰ ਰਹੇ ਨੇ, ਲੋਕ ਔਗਣਾਂ ਵੱਲ ਦੇਖ ਰਹੇ ਨੇ, ਲੋਕ ਲੱਭਦੇ ਫਿਰਦੇ ਨੇ ਕਿ ਇਹਦੀ ਗਲਤੀ ਮਿਲ ਜਾਵੇ, ਇਹਦਾ ਕੋਈ ਔਗਣ, ਅਗਲਾ ਪਿਛਲਾ ਇਹਦਾ ਚਿੱਠਾ ਫਰੋਲਦੇ ਫਿਰਦੇ ਨੇ ਕਿ ਕੋਈ ਪੁਰਾਣੀ ਗੱਲ ਹੀ ਨਿਕਲ ਆਵੇ। ਅੱਜ ਜਿਵੇਂ ਸੋਸ਼ਲ ਮੀਡੀਆ ਤੇ ਹੁੰਦਾ ਕੋਈ 2-4 ਸਾਲ ਪੁਰਾਣੀ ਵੀਡੀਓ ਲੱਭ ਕੇ ਉਹਨੂੰ ਅੱਜ ਨਾਲ ਜੋੜ ਕੇ ਦੇਖੋ ਜੀ ਆਹ ਕਰ ਰਹੀ ਸਰਕਾਰ, ਦੇਖੋ ਜੀ ਆਹ ਫਲਾਣਾ ਬੰਦਾ ਆਹ ਕਰ ਰਿਹਾ। ਬਸ ਆਹੀ ਕੁਛ ਅਸੀਂ ਲੋਕ ਕਰਦੇ ਹਾਂ ਕਿ ਇਹਦੀ ਗਲਤੀ ਲੱਭੋ, ਕੋਈ ਪੁਰਾਣੀ ਹੋਵੇ, ਕੋਈ ਸਕੂਲ ਟਾਈਮ ਦੀ, ਕੋਈ ਕਾਲਜ ਟਾਈਮ ਦੀ, ਇਹਨੇ ਕੁਝ ਮਾੜਾ ਕੀਤਾ ਹੋਵੇ। ਹੁਣ ਇਹ ਬਣਦਾ ਫਿਰਦਾ ਨਾ ਬਹੁਤ ਵੱਡਾ ਗੁਰਸਿੱਖ, ਇਹਨੂੰ ਦਿਖਾਉਣੇ ਆ। ਲੋਕ ਇਸ ਤਰ੍ਹਾਂ ਔਗਣ ਲੱਭਦੇ ਨੇ, ਔਗਣ ਫਰੋਲਦੇ ਨੇ। ਤੇ ਖਿਆਲ ਰੱਖਣਾ ਕਿ ਜਦੋਂ ਅਸੀਂ ਕੂੜੇ ਨੂੰ ਫਰੋਲਦੇ ਹਾਂ ਤੇ ਹੱਥ ਸਾਡੇ ਵੀ ਗੰਦੇ ਹੁੰਦੇ ਨੇ। ਗੰਦਗੀ ਨੂੰ ਫਰੋਲਾਂਗੇ ਤਾਂ ਹੱਥ ਗੰਦੇ ਹੀ ਹੋਣਗੇ, ਕੱਪੜੇ ਵੀ ਗੰਦੇ ਹੋ ਜਾਣਗੇ। ਇਸ ਲਈ ਜਦੋਂ ਕਿਸੇ ਦੇ ਔਗਣ ਫਰੋਲੋਗੇ ਤਾਂ ਆਪਣਾ ਆਪ ਵੀ ਗੰਦਾ ਹੋਵੇਗਾ, ਆਪ ਵੀ ਔਗਣਾਂ ਨਾਲ ਭਰਾਂਗੇ। ਇਸ ਕਰਕੇ ਸਤਿਗੁਰੂ ਕਹਿੰਦੇ ਪਰਾਇਆ ਛਿੱਦਰ ਅਟਕ ਲੈ, ਆਪਣਾ ਅਹੰਕਾਰ ਵਧਾਵੇ। ਦੂਸਰਿਆਂ ਦੇ ਔਗਣ ਦੇਖ ਕੇ ਆਪਣੇ ਆਪ ਨੂੰ ਕਹਿੰਦਾ ਮੈਂ ਇਹੋ ਜਿਹਾ ਨਹੀਂ ਆ, ਮੈਂ ਤਾਂ ਬਹੁਤ ਚੰਗਾ ਆਦਮੀ ਆ। ਦੂਸਰੇ ਦੇ ਔਗਣ ਦੇਖ ਕੇ, ਦੂਸਰੇ ਦੀ ਗਲਤੀ ਦੇਖ ਕੇ ਆਪਣੇ ਆਪ ਨੂੰ ਕਹਿੰਦਾ ਮੈਨੂੰ ਪਤਾ ਹੀ ਸੀ ਇਹ ਬੰਦਾ ਮਾੜਾ ਹੈ, ਮੈਨੂੰ ਪਤਾ ਹੀ ਸੀ ਇਹ ਕਰਪਟ ਹੈ। ਆਪਣਾ ਹੰਕਾਰ ਵਧਾਉਂਦਾ ਹੈ। ਸਤਿਗੁਰੂ ਕਹਿੰਦੇ ਆਪਣਾ ਹੰਕਾਰ ਵਧਾਵੇ, ਜੈਸਾ ਬੀਜੈ ਤੈਸਾ ਖਾਵੇ। ਜਿਹੋ ਜਿਹਾ ਬੰਦਾ ਬੀਜਦਾ ਉਹੋ ਜਿਹਾ ਹੀ ਖਾਂਦਾ। ਜਨ ਨਾਨਕ ਕਾ ਹਰ ਧੜਾ, ਧਰਮ ਸਭ ਸ੍ਰਿਸ਼ਟ ਜਨ ਆਵੇ। ਸਤਿਗੁਰੂ ਕਹਿੰਦੇ ਨਾਨਕ ਦਾ ਧੜਾ ਉਹ ਵਾਹਿਗੁਰੂ ਹੈ, ਜਿਹਨੇ ਸਾਰੀ ਸ੍ਰਿਸ਼ਟੀ ਨੂੰ ਜਿੱਤ ਲਿਆ, ਜਿਹਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਵੱਸ ਕਰ ਲਿਆ, ਉਹ ਵਾਹਿਗੁਰੂ। ਮੇਰਾ ਧੜਾ ਉਹ ਹੈ, ਮੇਰੀ ਕੋਈ ਧੜੀ ਬੰਦੀ ਨਹੀਂ ਹੈ, ਮੇਰੀ ਕੋਈ ਜਥੇਬੰਦੀ ਨਹੀਂ। ਮੇਰੀ ਜਥੇਬੰਦੀ ਸਿਰਫ ਮੇਰਾ ਗੁਰੂ, ਬਸ। ਜਿਹੜਾ ਮੇਰੇ ਗੁਰੂ ਨਾਲ ਜੁੜਿਆ ਉਹ ਮੇਰਾ ਭਾਈ, ਨਹੀਂ ਵੀ ਜੁੜਿਆ ਉਹ ਤਾਂ ਵੀ ਮੇਰਾ ਭਾਈ। ਸਤਿਗੁਰੂ ਕਹਿੰਦੇ ਸਾਰਿਆਂ ਦੇ ਪ੍ਰਤੀ ਇੱਕੋ ਜਿਹੀ ਦ੍ਰਿਸ਼ਟੀ, ਚਾਹੇ ਕੋਈ ਚੰਗਾ ਹੈ ਤੇ ਚਾਹੇ ਕੋਈ ਮੰਦਾ ਹੈ, ਚਾਹੇ ਕੋਈ ਪਾਪ ਕਰਨ ਵਾਲਾ ਹੈ ਤੇ ਚਾਹੇ ਕੋਈ ਪੁੰਨ ਕਰਨ ਵਾਲਾ ਹੈ। ਸਾਰਿਆਂ ਦੇ ਨਾਲ ਇੱਕੋ ਜਿਹਾ ਵਿਵਹਾਰ, ਇੱਕੋ ਜਿਹਾ ਸਲੂਕ। ਆਹੀ ਹੈ ਮੇਰਾ ਧੜਾ, ਹੋਰ ਕੁਛ ਨਹੀਂ। ਸਤਿਗੁਰੂ ਰਹਿਮਤ ਕਰੇ ਐਸੀ ਬਿਰਤੀ, ਐਸਾ ਸੁਭਾਅ ਸਤਿਗੁਰੂ ਕਿਰਪਾ ਕਰਕੇ ਸਾਨੂੰ ਸਭ ਨੂੰ ਬਖਸ਼ੇ ਕਿ ਅਸੀਂ ਧੜੇ ਬੰਦੀਆਂ, ਜਥੇਬੰਦੀਆਂ ਦੇ ਉੱਪਰੋਂ ਉੱਚੇ ਉੱਠ ਕੇ ਅਸੀਂ ਗੁਰੂ ਦੇ ਚਰਨਾਂ ਨਾਲ ਸਾਂਝ ਪਾ ਸਕੀਏ। ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ ਇੱਕ ਆਪਣੀ ਮਹੱਤਤਾ ਰੱਖਦਾ ਹੈ। ਅੱਜ ਦੇ ਦਿਨ ਕੁੱਪਰਹੀੜੇ ਵਿੱਚ ਮਲੇਰਕੋਟਲੇ ਦੇ ਲਾਗੇ ਵੱਡਾ ਘੱਲੂਘਾਰਾ ਵਾਪਰਿਆ। ਵੱਡੇ ਘੱਲੂਘਾਰੇ ਦੇ ਵਾਪਰਨ ਦਾ ਕਾਰਨ ਕਿ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਨੂੰ ਕਈ ਹਮਲਿਆਂ ਰਾਹੀਂ ਲੁੱਟਿਆ ਸੀ, ਜਦੋਂ ਉਸਨੇ ਪਾਣੀਪਤ ਦੇ ਮੈਦਾਨ ਵਿੱਚ ਮਰਹੱਟਿਆਂ ਦਾ ਲੱਕ ਤੋੜਿਆ ਤਾਂ ਵਾਪਸ ਪਰਤਿਆ। ਜਦੋਂ ਉਹ ਵਾਪਸ ਪਰਤਿਆ, ਬਹੁਤ ਸਾਰੇ ਲੋਕਾਂ, ਨੌਜਵਾਨ ਕੁੜੀਆਂ ਮੁੰਡਿਆਂ ਨੂੰ ਉਸਨੇ ਗੁਲਾਮ ਬਣਾ ਲਿਆ। ਜੋ ਕੁਝ ਵੀ ਕੀਮਤੀ ਸਮਾਨ ਸੀ ਸਾਰਾ ਕੁਝ ਲੁੱਟ ਲਿਆ। ਇਤਿਹਾਸਕਾਰ ਕਹਿੰਦੇ ਨੇ ਕਿ 28,000 ਗੱਡੇ ਉਸ ਨੇ ਕੀਮਤੀ ਚੀਜ਼ਾਂ ਦੇ ਭਰੇ ਹੋਏ ਸਨ। ਇਸ ਤੋਂ ਇਲਾਵਾ ਹੋਰ ਪਤਾ ਨਹੀਂ ਕਿੰਨਾ ਕੁਝ ਸੀ। ਉਹ ਸਾਰਾ ਕੁਝ ਲੁੱਟ ਕੇ ਜਦੋਂ ਵਾਪਸ ਪਰਤਿਆ ਤਾਂ ਉਸ ਨੂੰ ਸਿੱਖਾਂ ਨੇ ਰੋਕਿਆ, ਉਹਨੂੰ ਲੁੱਟਿਆ, ਉਹਦਾ ਭਾਰ ਹਲਕਾ ਕੀਤਾ, ਕੁੜੀਆਂ ਮੁੰਡਿਆਂ ਨੂੰ ਛਡਾਇਆ, ਉਹਨਾਂ ਨੂੰ ਉਹਨਾਂ ਦੇ ਆਪੋ ਆਪਣੇ ਘਰੀਂ ਪਹੁੰਚਾਇਆ ਜਿਨ੍ਹਾਂ ਨੂੰ ਗੁਲਾਮ ਬਣਾ ਲਿਆ ਸੀ। ਇਸ ਗੱਲ ਤੋਂ ਅਬਦਾਲੀ ਨੂੰ ਬੜੀ ਚਿੜ ਮਚੀ ਕਿ ਇਹ ਕੌਣ ਨੇ ਕਿ ਜਿਨ੍ਹਾਂ ਨੇ ਮੇਰਾ ਰਾਹ ਰੋਕਿਆ, ਰਾਹ ਰੋਕਣ ਦੀ ਹਿੰਮਤ ਕੀਤੀ। ਲੋਕ ਤਾਂ ਮੇਰਾ ਨਾਮ ਸੁਣ ਕੇ ਹੀ ਥਰ ਥਰ ਕੰਬਦੇ ਨੇ। ਮੈਂ ਮਰਹੱਟਿਆਂ ਦਾ ਲੱਕ ਤੋੜ ਕੇ ਆਇਆ, ਉਹ ਨਹੀਂ ਮੇਰੇ ਸਾਹਮਣੇ ਕੁਸਕੇ, ਇਹ ਕੌਣ ਨੇ? ਤਾਂ ਜ਼ਕਰੀਆ ਖਾਨ ਨੇ ਸਿੱਖਾਂ ਬਾਰੇ ਦੱਸਿਆ ਕਿ ਇਹ ਕੌਣ ਨੇ। ਤਾਂ ਉਸ ਨੇ ਉਸੇ ਵੇਲੇ ਇਹ ਫੈਸਲਾ ਕਰ ਲਿਆ ਕਿ ਸਿੱਖਾਂ ਦਾ ਖੁਰਾ ਖੋਜ ਮਿਟਾ ਕੇ ਹਟਣਾ। ਜ਼ਕਰੀਆ ਖਾਨ ਨੂੰ ਹੁਕਮ ਕੀਤਾ ਕਿ ਜਿੰਨੇ ਤੁਹਾਡੇ ਸੂਹੀਏ ਨੇ ਉਹਨਾਂ ਸਾਰਿਆਂ ਨੂੰ ਚੁਕੰਨੇ ਕਰ ਦਿਓ, ਉਹਨਾਂ ਨੂੰ ਕਹਿ ਦਿਓ ਕਿ ਵੱਧ ਤੋਂ ਵੱਧ ਮਾਇਆ ਦਿੱਤੀ ਜਾਏਗੀ, ਸਿੱਖਾਂ ਦੀ ਖਬਰ ਖੋਜ ਦਿਓ। ਇਸ ਲਈ ਸਿੱਖਾਂ ਦੇ ਉੱਤੇ ਹੁਣ ਜ਼ੁਲਮ ਹੋਣ ਲੱਗੇ। ਤੇ ਅਬਦਾਲੀ ਜਦੋਂ ਵਾਪਸ ਆਇਆ
ਅਬਦਾਲੀ ਨੇ ਉਹਨੂੰ ਖਬਰਾਂ ਮਿਲੀਆਂ ਕਿ ਸਿੱਖ ਜਿਹੜੇ ਨੇ ਉਹ ਕਾਫੀ ਗਿਣਤੀ ਦੇ ਵਿੱਚ ਇਕੱਠੇ ਹੋਏ ਨੇ। ਇਸ ਲਈ ਉਸਨੇ ਸਿੱਖਾਂ ਦੇ ਉੱਤੇ ਹਮਲਾ ਕਰਨ ਦੇ ਲਈ ਰਸਤੇ ਵਿੱਚ ਬਿਨਾਂ ਕਿਤੇ ਰੁਕਿਆ ਲਗਾਤਾਰ ਚੱਲਦਾ ਰਿਹਾ। ਉਹ ਸਿੱਖਾਂ ਨੂੰ ਸੀ ਕਿ ਅਬਦਾਲੀ ਆਏਗਾ, ਪਰ ਉਹਨੂੰ ਆਉਣ ਵਿੱਚ 2-4 ਦਿਨ ਲੱਗਣਗੇ, ਪਰ ਉਹ 1.5 ਕੁ ਦਿਨ ਦੇ ਵਿੱਚ ਹੀ ਆ ਪਹੁੰਚਾ, ਕਿਉਂਕਿ ਉਹ ਰਸਤੇ ਵਿੱਚ ਰੁਕਿਆ ਕਿਤੇ ਨਹੀਂ। ਉਹਨੇ ਨਾ ਆਪ ਆਰਾਮ ਕੀਤਾ, ਨਾ ਆਪਣੀਆਂ ਫੌਜਾਂ ਨੂੰ ਆਰਾਮ ਕਰਨ ਦਿੱਤਾ, ਕਿਉਂਕਿ ਉਹਨੂੰ ਇੱਕੋ ਹੀ ਸੀ ਕਿ ਸਿੱਖਾਂ ਨੂੰ ਖਤਮ ਕਰਨਾ ਹੈ, ਇਹਨਾਂ ਨੂੰ ਮਿਟਾਉਣਾ ਹੈ, ਕਿਉਂਕਿ ਇਹ ਮੇਰੇ ਰਾਹ ਵਿੱਚ ਰੋੜਾ ਬਣੇ, ਇਹਨਾਂ ਨੇ ਮੈਨੂੰ ਲੁੱਟਿਆ। ਇਸ ਲਈ ਉਸ ਨੇ ਆ ਕੇ ਕੁੱਪਰਹੀੜੇ ਸਿੱਖਾਂ ਨੂੰ ਘੇਰ ਲਿਆ। ਕੁੱਪਰਹੀੜੇ ਅੱਜ ਦੇ ਦਿਨ ਸਿੱਖਾਂ ਨੂੰ ਘੇਰਿਆ ਤੇ ਇਸ ਘੇਰੇ ਦੇ ਵਿੱਚ ਸਿੱਖਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ। ਇਹਦੇ ਵਿੱਚ ਲਗਭਗ ਕੋਈ 30 ਤੋਂ 50 ਹਜ਼ਾਰ ਦੇ ਕਰੀਬ ਸਿੱਖ ਇੱਕੋ ਦਿਨ ਵਿੱਚ ਕਤਲ ਹੋਏ, ਅੱਜ ਦੇ ਦਿਨ ਸ਼ਹੀਦ ਹੋ ਗਏ। ਤੇ ਉਹਨਾਂ ਦੀ ਇਸ ਸ਼ਹਾਦਤ ਦੇ ਦਿਨ ਨੂੰ ਵੱਡਾ ਘੱਲੂਘਾਰਾ ਕਿਹਾ ਜਾਂਦਾ ਹੈ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਇਸ ਵਿੱਚ ਬਹੁਤ ਸਾਰੇ ਬੱਚੇ ਵੀ ਸਨ, ਇਸਤਰੀਆਂ ਵੀ ਸਨ, ਬਜ਼ੁਰਗ ਵੀ ਸਨ। ਤੇ ਇਸੇ ਕਰਕੇ ਗੁਰੂ ਕੇ ਸਿੱਖ, ਕਿਉਂਕਿ ਉਹ ਆਪਣੇ ਪਰਿਵਾਰ ਨੂੰ ਵੀ ਬਚਾਉਂਦੇ ਸਨ ਤੇ ਅਬਦਾਲੀ ਦੀਆਂ ਫੌਜਾਂ ਨਾਲ ਲੜਦੇ ਵੀ ਸਨ। ਜੱਸਾ ਸਿੰਘ ਰਾਮਗੜੀਆ, ਜੱਸਾ ਸਿੰਘ ਆਹਲੋਵਾਲੀਆ, ਨਵਾਬ ਕਪੂਰ ਸਿੰਘ ਵਰਗੇ ਹੋਰ ਬਹੁਤ ਸਾਰੀਆਂ ਐਸੀਆਂ ਸ਼ਖਸੀਅਤਾਂ ਸਨ ਜਿਨ੍ਹਾਂ ਨੇ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ ਬਚਾਉਣ ਦੀ ਖਾਤਰ, ਆਪਣੇ ਸਿੱਖਾਂ ਨੂੰ ਬਚਾਉਣ ਦੀ ਖਾਤਰ, ਜਿਨ੍ਹਾਂ ਨੇ ਅਬਦਾਲੀ ਦੀਆਂ ਫੌਜਾਂ ਦੇ ਨਾਲ ਉੱਥੇ ਮੈਦਾਨੇ ਜੰਗ ਵਿੱਚ ਜੂਝੇ ਤੇ ਬਹੁਤ ਸਾਰੇ ਸਿੱਖ ਇਸ ਸਮੇਂ ਦੌਰਾਨ ਸ਼ਹੀਦ ਹੋ ਗਏ। ਇਸ ਦਿਨ ਨੂੰ ਵੱਡੇ ਘੱਲੂਘਾਰੇ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਖੈਰ, ਹੋਈਆਂ ਭੁੱਲਾਂ ਲਈ ਖਿਮਾ। ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ, ਭੁੱਲਾਂ ਨਾ ਚਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।